ਦੋਸਤੋ, ਅੱਜ ਮੈਂ ਪੜ੍ਹਾਈ ਦੀ ਜਗ੍ਹਾ ਬਹੁਤ ਹੀ ਭਖਦਾ ਮੁੱਦਾ ਜਿਹੜਾ ਕਿ ਸਰਕਾਰੀ ਮੁਲਾਜ਼ਮਾਂ ਦੇ ਨਾਲ ਰਿਲੇਟਡ ਹੈ। ਪੈਨਸ਼ਨ ਯੋਜਨਾ ਖੈਰਾਤ ਨਹੀਂ ਸਗੋਂ ਬੁਨਿਆਦੀ ਹੱਕ ਹੈ, ਤੁਹਾਨੂੰ ਲੈ ਕੇ ਆ ਰਹੇ ਹਾਂ। ਇਹ ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ ਅੰਕ 23 16 ਤੋਂ 21 ਜਨਵਰੀ 2023 ਚ ਪ੍ਰਕਾਸ਼ਿਤ ਹੈ। ਇਸ ਮੁੱਦੇ ਨੂੰ ਮੈਂ ਹੂਬਹੂ ਤੁਹਾਨੂੰ ਪੇਸ਼ ਕਰਨ ਜਾ ਰਿਹਾ। ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਜੁੜੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਬਟਨ ਦਬਣਾ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਮੁਲਾਜ਼ਮਾਂ ਦੇ ਸੰਬੰਧਿਤ ਜਾਂ ਪਾਠ ਪੁਸਤਕ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹਨਾਂ ਦੇ ਸੰਬੰਧੀ ਵੀਡੀਓ ਜਦੋਂ ਸ਼ੇਅਰ ਕਰਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਭਾਰਤੀ ਸਿਆਸਤ ਵਿੱਚ ਇਹਦੇ ਦਿਨੀ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਦਾ ਮੁੱਦਾ ਛਾਇਆ ਹੋਇਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਬਹਾਲ ਕਰਨ ਦੇ ਕੀਤੇ ਐਲਾਨ ਤੇ ਪੰਜਾਬ, ਛੱਤੀਸਗੜ੍ਹ, ਰਾਜਸਥਾਨ ਤੇ ਝਾਰਖੰਡ ਦੀਆਂ ਗੈਰ ਭਾਜਪਾ ਸਰਕਾਰਾਂ ਵੱਲੋਂ ਇਸ ਦੇ ਹੱਕ ਵਿੱਚ ਲਏ ਫੈਸਲੇ ਨੇ ਇਸ ਮੁੱਦੇ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ ਤੇ ਮੰਗ ਉੱਠ ਰਹੀ ਹੈ ਕਿ ਮੋਦੀ ਸਰਕਾਰ ਕੇਂਦਰ ਤੇ ਮੁਲਾਜ਼ਮਾਂ ਲਈ ਵੀ ਇਹ ਯੋਜਨਾ ਬਹਾਲ ਕਰੇ। ਦਬਾਅ ਵਿੱਚ ਆਈ ਕੇਂਦਰ ਸਰਕਾਰ ਦੇ ਮੰਤਰੀ, ਸਲਾਹਕਾਰ ਤੇ ਕਈ ਹਾਕਮ ਮੀਡੀਆ ਦੇ ਕਾਲਮ ਨਵੀਜ਼ ਪੁਰਾਣੀ ਪੈਨਸ਼ਨ ਯੋਜਨਾ ਖਿਲਾਫ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨ ਲੱਗੇ ਹੋਏ ਹਨ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਕਿ ਇਹ ਪੁਰਾਣੀ ਤੇ ਨਵੀਂ ਪੈਨਸ਼ਨ ਯੋਜਨਾ ਦੋਨਾਂ 'ਚ ਫਰਕ ਕੀ ਹੈ। ਪੁਰਾਣੀ ਪੈਨਸ਼ਨ ਸਕੀਮ ਤੇ ਨਵੀਂ ਪੈਨਸ਼ਨ ਸਕੀਮ ਦੋਨਾਂ 'ਚ ਫਰਕ ਕੀ ਹੈ, ਸਭ ਤੋਂ ਪਹਿਲਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪੁਰਾਣੀ ਪੈਨਸ਼ਨ ਯੋਜਨਾ ਕਿਸੇ ਸਰਕਾਰੀ ਮੁਲਾਜ਼ਮ ਵੱਲੋਂ ਆਖਰੀ ਹਾਸਲ ਕੀਤੀ ਤਨਖਾਹ ਦਾ 50% ਬੰਦੀ ਹੁੰਦੀ ਸੀ ਤੇ ਇਹ ਪੈਨਸ਼ਨ ਟੈਕਸ ਸ਼ੁਦਾ ਨਹੀਂ ਸੀ। ਮਹਿੰਗਾਈ ਵਧਣ ਦੇ ਨਾਲ ਮਹਿੰਗਾਈ ਭੱਤੇ ਵਾਂਗੂ ਇਸ ਵਿੱਚ ਵੀ ਵਾਧਾ ਹੁੰਦਾ ਰਹਿੰਦਾ ਸੀ। ਇਸ ਦੀ ਦੇਣਦਾਰੀ ਪੂਰੀ ਤਰ੍ਹਾਂ ਸਰਕਾਰ ਉੱਪਰ ਹੁੰਦੀ ਸੀ। ਇਸ ਉੱਪਰ ਹੁੰਦੇ ਖਰਚੇ ਨੂੰ ਘਟਾਉਣ ਲਈ ਨਵੀਂ ਪੈਨਸ਼ਨ ਯੋਜਨਾ ਲਿਆਂਦੀ ਗਈ, ਜਿਹੜੀ ਕਿ ਮੁਲਾਜ਼ਮਾਂ ਨੂੰ ਧਿਰ ਬਣਾ ਕੇ ਦਿੱਤੀ ਜਾਂਦੀ ਪੈਨਸ਼ਨ ਹੈ, ਜਿਸ ਵਿੱਚ ਆਪਣੀ ਪੂਰੀ ਮੁਲਾਜ਼ਮਤ ਦੌਰਾਨ ਮੁਲਾਜ਼ਮ ਆਪਣੀ ਤਨਖਾਹ ਦਾ ਇੱਕ ਹਿੱਸਾ ਪੈਨਸ਼ਨ ਫੰਡ ਲਈ ਜਮ੍ਹਾਂ ਕਰਾਉਂਦੇ ਹਨ ਤੇ ਇੱਕ ਹਿੱਸਾ ਦੂਜੀ ਧਿਰ ਭਾਵ ਸਰਕਾਰ ਜਾਂ ਕੰਪਨੀ ਜਮ੍ਹਾਂ ਕਰਾਉਂਦੀ ਜਿਨ੍ਹਾਂ ਨੂੰ ਨੌਕਰੀ ਤੇ ਰੱਖਿਆ ਹੈ। ਇਹ ਸਾਰੀ ਰਕਮ ਵੱਖੋ-ਵੱਖ ਢੰਗਾਂ ਰਾਹੀਂ ਸ਼ੇਅਰ ਬਾਜ਼ਾਰਾਂ ਵਿੱਚ ਨਿਵੇਸ਼ ਕੀਤੀ ਜਾਂਦੀ ਹੈ ਤੇ ਮੁਲਾਜ਼ਮ ਦੀ ਸੇਵਾ ਮੁਕਤੀ ਸਮੇਂ ਜੋ ਇਸ ਨਿਵੇਸ਼ ਕੀਤੇ ਅਸਾਸੇ ਦੀ ਬਾਜ਼ਾਰ ਕੀਮਤ ਹੁੰਦੀ ਹੈ, ਉਨੀ ਹੀ ਰਕਮ ਦਾ ਮੁਲਾਜ਼ਮ ਹੱਕਦਾਰ ਹੁੰਦਾ ਹੈ। ਇਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਮੁਲਾਜ਼ਮਾਂ ਲਈ ਨਵੀਂ ਤੋਂ ਬਿਹਤਰ ਸੀ। ਇਸ ਕਰਕੇ ਇਸ ਦੀ ਮੁੜ ਬਹਾਲੀ ਦੀ ਮੰਗ ਉੱਠਦੀ ਰਹਿੰਦੀ ਹੈ। ਪੁਰਾਣੀ ਪੈਨਸ਼ਨ ਯੋਜਨਾ ਨੂੰ ਬੰਦ ਕਰਨ ਦੀ ਕੋਸ਼ਿਸ਼ ਤਾਂ ਵਾਜਪਾਈ ਸਰਕਾਰ ਵੇਲੇ ਹੀ ਸ਼ੁਰੂ ਹੋ ਗਈ ਸੀ, ਪਰ ਲੋਕ ਦਬਾਅ ਕਾਰਨ ਸਰਕਾਰ ਇਸ ਨੂੰ ਲਾਗੂ ਨਾ ਕਰ ਸਕੀ। ਮਗਰੋਂ 2004 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਇਸ ਨੂੰ ਅਮਲੀ ਜਾਮਾ ਪਵਾਇਆ। ਕੇਂਦਰ ਵਿੱਚ ਲਾਗੂ ਹੋਣ ਮਗਰੋਂ ਵੱਖ-ਵੱਖ ਸੂਬਿਆਂ ਵਿੱਚ ਮੌਜੂਦ ਕਾਂਗਰਸ ਸਰਕਾਰ ਨੇ ਵੀ ਇਸ ਨੂੰ ਲਾਗੂ ਕਰ ਦਿੱਤਾ ਤੇ ਅਗਲੇ 7-8 ਸਾਲਾਂ ਵਿੱਚ ਬੰਗਾਲ ਨੂੰ ਛੱਡ ਕੇ ਤਕਰੀਬਨ ਸਾਰੇ ਸੂਬਿਆਂ ਨੇ ਇਸ ਨੂੰ ਲਾਗੂ ਕਰ ਦਿੱਤਾ ਸੀ। ਪੁਰਾਣੀ ਪੈਨਸ਼ਨ ਯੋਜਨਾ ਖਿਲਾਫ ਦਿੱਤੀਆਂ ਜਾ ਰਹੀਆਂ ਗਲਤ ਦਲੀਲਾਂ, ਜਿਹੜੇ ਕਿ ਮੌਜੂਦਾ ਸਰਕਾਰ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਜਾਂ ਮੀਡੀਆ ਜਿਹੜਾ ਉਹ ਗਲਤ ਦਲੀਲਾਂ ਕੀ ਦੇ ਰਿਹਾ, ਆਪ ਨੂੰ ਜਸਟੀਫਾਈ ਕਰ ਰਿਹਾ ਕਿ ਜਿਹੜੀ ਨਵੀਂ ਪੈਨਸ਼ਨ ਸਕੀਮ ਉਹ ਜ਼ਿਆਦਾ ਬਿਹਤਰ ਹੈ ਪੁਰਾਣੀ ਪੈਨਸ਼ਨ ਸਕੀਮ ਨਾਲੋਂ। ਪੁਰਾਣੀ ਪੈਨਸ਼ਨ ਯੋਜਨਾ ਖਿਲਾਫ ਇਸ ਵੇਲੇ ਲਿਖੇ ਜਾ ਰਹੇ ਲੇਖਾਂ ਤੇ ਬਿਆਨਾਂ ਵਿੱਚ ਇੱਕੋ ਸਾਂਝੀ ਗੱਲ ਹੈ ਕਿ ਕਿਵੇਂ ਇਹ ਯੋਜਨਾ ਸੂਬਿਆਂ ਦੇ ਵਿੱਤ ਲਈ ਬਰਬਾਦੀ ਦਾ ਸਬਬ ਬਣੇਗੀ, ਕਿਵੇਂ ਇਹ ਯੋਜਨਾ ਮਾੜੀ ਸਿਆਸਤ ਤੇ ਮਾੜੇ ਅਰਥ ਸ਼ਾਸਤਰ ਦਾ ਨਤੀਜਾ ਹੈ, ਕਿ ਕਿਵੇਂ ਪੈਨਸ਼ਨ ਸੁਧਾਰਾਂ ਨੂੰ ਮੋੜਵਾਂ ਗੇੜਾ ਦੇਣਾ ਬਿਲਕੁਲ ਗਲਤ ਫੈਸਲਾ ਹੋਵੇਗਾ। ਇਸ ਮਸਲੇ ਬਾਰੇ ਯੋਜਨਾ ਕਮਿਸ਼ਨ ਦੇ ਸਾਬਕਾ ਮੁਖੀ ਮੋਂਟੇਕ ਸਿੰਘ ਆਹਲੂਵਾਲੀਆ ਨੇ 6 ਜਨਵਰੀ ਨੂੰ ਵਿਚਾਰ ਸਾਂਝੇ ਕਰਦੇ ਕਿਹਾ ਕਿ ਇਹ ਯੋਜਨਾ ਵਿੱਤੀ ਦਿਵਾਲੀਏ ਦਾ ਜ਼ਰੀਆ ਹੈ। ਜ਼ਿਕਰਯੋਗ ਹੈ ਕਿ ਆਹਲੂਵਾਲੀਆ 2004 ਵਿੱਚ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਸੀ ਜਦੋਂ ਨਵੀਂ ਪੈਨਸ਼ਨ ਯੋਜਨਾ ਲਾਗੂ ਕੀਤੀ ਗਈ ਸੀ। ਇਸੇ ਤਰ੍ਹਾਂ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ NK ਸਿੰਘ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਯੋਜਨਾ ਵੱਲ ਮੁੜਨਾ ਸੂਬਿਆਂ ਲਈ ਵਿੱਤੀ ਤੌਰ ਤੇ ਘਾਤਕ ਹੋਵੇਗਾ। ਪੁਰਾਣੀ ਪੈਨਸ਼ਨ ਯੋਜਨਾ ਨੂੰ ਖਤਮ ਕਰਦਿਆਂ ਸਮੇਂ ਵੀ ਇਹੀ ਦਲੀਲ ਦਿੱਤੀ ਗਈ ਸੀ ਕਿ ਇਹ ਸਰਕਾਰਾਂ ਤੇ ਵੱਡਾ ਆਰਥਿਕ ਬੋਝ ਹੈ। ਸਿਹਤ ਸਹੂਲਤਾਂ ਦੇ ਸੁਧਾਰ ਲਈ ਵਧੀ ਔਸਤ ਉਮਰ ਕਾਰਨ ਸਰਕਾਰਾਂ ਦੀ ਦਲੀਲ ਸੀ ਕਿ ਪੈਨਸ਼ਨ ਦੀ ਲਾਗਤ ਲਗਾਤਾਰ ਵੱਧ ਰਹੀ ਹੈ, ਪਰ ਸਰਕਾਰਾਂ ਦੀ ਆਮਦਨ ਉਸ ਰੂਪ ਵਿੱਚ ਨਹੀਂ ਵੱਧ ਰਹੀ। ਇਸ ਕਰਕੇ ਸਭ ਨੂੰ ਪੈਨਸ਼ਨ ਦੇਣੀ ਸੰਭਵ ਨਹੀਂ। ਪਰ ਤੱਥਾਂ ਤੇ ਆਧਾਰ ਤੇ ਪੜਚੋਲੀਏ ਤਾਂ ਇਹ ਦਲੀਲ ਸਹੀ ਸਾਬਤ ਨਹੀਂ ਹੁੰਦੀ।
ਪਹਿਲਾ ਇੱਕ ਅੰਕੜਾ ਪੇਸ਼ ਕੀਤਾ ਜਾਂਦਾ ਹੈ ਕਿ ਪੁਰਾਣੀ ਪੈਨਸ਼ਨ ਯੋਜਨਾ ਸੂਬਾ ਸਰਕਾਰ ਦੇ ਬਜਟ ਦਾ 25% ਤੱਕ ਬਣਦਾ ਹੈ, ਜਿਹੜਾ ਕਿਸੇ ਸੂਬੇ ਦੇ ਮਾਮਲੇ 'ਚ 50% ਤੋਂ ਵੀ ਉੱਪਰ ਚਲਾ ਜਾਂਦਾ ਹੈ। ਪਰ ਇਹ ਗੁੰਮਰਾਹਕੁਨ ਅੰਕੜਾ ਹੈ। ਇਹ ਅੰਕੜਾ ਪੇਸ਼ ਕਰਦੇ ਇਸ ਵਿੱਚ ਸਰਕਾਰ ਦੀ ਆਮਦਨ ਦੇ 3 ਹੋਰ ਹਿੱਸੇ, ਪਹਿਲਾ ਸੂਬਿਆਂ ਦੇ ਹਿੱਸੇ ਦਾ ਕੇਂਦਰ ਸਰਕਾਰ ਵੱਲੋਂ ਇਕੱਠਾ ਕੀਤਾ ਜਾਂਦਾ ਟੈਕਸ, ਸੂਬਿਆਂ ਦੀ ਗੈਰ ਟੈਕਸ ਆਮਦਨ ਤੇ ਤੀਜਾ ਗੈਰ ਟੈਕਸ ਗ੍ਰਾਂਟ ਜਿਹੜੀ ਕਿ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਦੇਣੀ ਹੁੰਦੀ ਹੈ, ਸ਼ਾਮਲ ਨਹੀਂ ਕੀਤੇ ਜਾਂਦੇ। ਇਨ੍ਹਾਂ ਅੰਕੜਿਆਂ ਨੂੰ ਸ਼ਾਮਲ ਕਰਨ ਤੇ ਅਸੀਂ ਦੇਖਦੇ ਹਾਂ ਕਿ ਪੁਰਾਣੀ ਪੈਨਸ਼ਨ ਯੋਜਨਾ ਦਾ ਹਿੱਸਾ ਬਜਟ ਦੇ ਔਸਤ 25% ਤੋਂ ਘਟ ਕੇ ਅੱਧਾ ਹੀ ਰਹਿ ਜਾਂਦਾ, ਭਾਵ 12.5% ਹੀ ਰਹਿ ਜਾਂਦਾ ਹੈ। ਜੇ ਕੁੱਲ ਘਰੇਲੂ ਪੈਦਾਵਾਰ ਦੇ ਫੀਸਦ ਵਜੋਂ ਦੇਖੀਏ ਤਾਂ ਸਾਲ 21-22 ਵਿੱਚ ਕੇਂਦਰ ਸਰਕਾਰ ਨੇ 70 ਲੱਖ ਪੈਨਸ਼ਨਾਂ ਦੇ ਕਰੀਬ 2.5 ਲੱਖ ਕਰੋੜ ਰੁਪਇਆ ਖਰਚਿਆ ਗਿਆ। ਸਾਲ 2021 ਵਿੱਚ ਭਾਰਤ ਦੇ ਕੁੱਲ ਘਰੇਲੂ ਪੈਦਾਵਾਰ ਮੌਜੂਦਾ ਕੀਮਤਾਂ ਤੇ ਸੀ 197 ਲੱਖ ਕਰੋੜ, ਯਾਨੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਪੈਨਸ਼ਨ ਇਸ ਅੰਕੜੇ ਦਾ ਸਿਰਫ 1.26% ਬਣਦੀ ਹੈ, ਭਾਵ ਕਿ ਮਸਾਂ ਹੀ 1.25% ਬਣਦੀ ਹੈ, ਜਿਹੜਾ ਜਿੰਨੀ ਆਮਦਨ ਹੋਈ ਸੀ। ਇਟਲੀ ਵਿੱਚ ਇਹ ਹਿੱਸਾ 15% ਹੈ, ਭਾਰਤ ਵਿੱਚ 1.26, ਇਟਲੀ ਵਿੱਚ 15% ਹੈ, ਫਰਾਂਸ ਜਰਮਨੀ ਵਿੱਚ 12% ਤੇ ਜਾਪਾਨ ਵਿੱਚ 9% ਤੱਕ ਹੈ। ਜੇ ਇੱਕ ਪਾਸੇ ਕੇਂਦਰ ਸਰਕਾਰ ਭਾਰਤ ਤੇ ਦੁਨੀਆ ਦੀ 5ਵੀਂ ਵੱਡੀ ਆਰਥਿਕ ਤਾਕਤ ਬਣ ਜਾਣ ਦੀਆਂ ਫੜਾਂ ਮਾਰ ਰਹੀ ਹੈ, ਤਾਂ ਆਪਣੇ ਨਾਗਰਿਕਾਂ ਨੂੰ ਸਹੂਲਤ ਦੇਣ ਵਿੱਚ ਇੰਨੀ ਫਾਡੀ ਕਿਉਂ? ਜਿਵੇਂ ਜਿਵੇਂ ਸੂਬਾ ਤੇ ਕੇਂਦਰ ਸਰਕਾਰਾਂ ਦੀ ਆਮਦਨ ਵਧੇਗੀ, ਪੈਨਸ਼ਨ ਲਾਗਤ ਦਾ ਹਿੱਸਾ ਹੋਰ ਘਟੇਗਾ। ਇਸ ਲਈ ਇੱਥੇ ਬੁਨਿਆਦੀ ਸਵਾਲ ਇਹ ਉੱਭਰਦਾ ਹੈ ਕਿ ਸਰਕਾਰਾਂ ਆਪਣੀ ਆਮਦਨ ਵਧਾਉਣ ਦਾ ਨਵਾਂ ਹੀਲਾ ਕਰਨ ਦੀ ਥਾਂ ਪਹਿਲੇ ਹੀ ਨਿਗੁਣੀਆਂ ਲੋਕ ਭਲਾਈ ਯੋਜਨਾ ਤੇ ਕੱਟ ਲਗਾ ਰਹੀ ਹੈ। G20 ਮੁਲਕਾਂ ਦੇ ਸਮੂਹ ਵਿੱਚ ਭਾਰਤ ਟੈਕਸ ਇਕੱਠਾ ਕਰਨ ਦੇ ਮਾਮਲੇ ਵਿੱਚ ਹੇਠਲੇ ਮੁਲਕਾਂ ਵਿੱਚ ਆਉਂਦਾ ਹੈ, ਤੇ ਇਸ ਤੋਂ ਵੀ ਬਦਤਰ ਇਹ ਹੈ ਕਿ ਇਕੱਠਾ ਕੀਤੇ ਜਾਂਦੇ ਟੈਕਸ ਵਿੱਚ ਵੱਡਾ ਹਿੱਸਾ ਅਸਿੱਧੇ ਟੈਕਸਾਂ ਦਾ ਹੈ, ਜਿਸ ਦਾ ਵਧੇਰੇ ਬੋਝ ਆਮ ਲੋਕਾਂ ਸਿਰ ਪੈਂਦਾ ਹੈ। ਭਾਰਤ ਵਿੱਚ ਵੱਡੇ ਸਰਮਾਏਦਾਰਾਂ ਦੇ ਆਮਦਨ ਟੈਕਸ ਬਹੁਤ ਸਾਰੇ ਵਿਕਸਿਤ ਮੁਲਕਾਂ ਮੁਕਾਬਲੇ ਘੱਟ ਅਤੇ ਦੌਲਤ ਟੈਕਸ ਤਾਂ ਹੈ ਹੀ ਨਹੀਂ। ਜੇ ਭਾਰਤ ਵਿੱਚ 50 ਕਰੋੜ ਰੁਪਏ ਤੋਂ ਉੱਪਰ ਆਮਦਨ ਵਾਲਿਆਂ ਦੇ ਸਿਰਫ 2% ਦੌਲਤ ਟੈਕਸ ਤੋਂ ਸ਼ੁਰੂ ਕਰਕੇ ਅੱਗੇ 500 ਕਰੋੜ ਤੇ ਉੱਪਰ ਤੇ 5% ਤੇ ਫਿਰ ਸਿਖਰਲੇ ਅਮੀਰਾਂ ਤੇ 10% ਤੱਕ ਦੀ ਦੌਲਤ ਟੈਕਸ ਲਾਗੂ ਕੀਤਾ ਜਾਵੇ ਤਾਂ ਸਰਕਾਰ ਨੂੰ ਘੱਟੋ ਘੱਟ 9 ਲੱਖ ਕਰੋੜ ਮਾਲੀਆ ਸਾਲਾਨਾ ਇਕੱਠਾ ਹੋ ਸਕਦਾ ਹੈ। ਇਹ ਨਾ ਸਿਰਫ ਮੌਜੂਦਾ ਪੈਨਸ਼ਨ ਯੋਜਨਾ ਲਈ ਲੋੜੀਂਦੇ 2-2.5 ਲੱਖ ਕਰੋੜ ਨੂੰ ਸਮੇਟਦਾ ਹੈ, ਸਗੋਂ ਇਸ ਯੋਜਨਾ ਦਾ ਘੇਰਾ ਬੇਹੱਦ ਵਸੀਹ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਉੱਪਰ ਹੋਰ ਲੋਕ ਭਲਾਈ ਯੋਜਨਾਵਾਂ ਲਈ ਵੀ ਇਕੱਠਾ ਕੀਤਾ ਜਾ ਸਕਦਾ ਹੈ। ਜੇ ਸੂਬਾ ਸਰਕਾਰਾਂ ਦੀ ਆਮਦਨ ਤੇ ਬੋਝ ਦੀ ਗੱਲ ਕਰਨੀ ਹੋਵੇ ਤਾਂ ਇਸ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੇ ਮੌਜੂਦਾ ਅਸਾਵੇਂ ਸਬੰਧਾਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਪੁਰਾਣੀ ਪੈਨਸ਼ਨ ਯੋਜਨਾ ਲਾਗੂ ਹੋਣ ਨਾਲ ਸੂਬਾ ਸਰਕਾਰਾਂ ਦੇ ਵਧਣ ਵਾਲੇ ਬੋਝ ਦੀ ਗੱਲ ਕਰਦੇ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਕੇਂਦਰੀ ਹਕੂਮਤ ਲਗਾਤਾਰ ਸੂਬਿਆਂ ਦੀ ਆਮਦਨ ਤੇ ਸੰਨ ਲਾਉਂਦੀ ਆ ਰਹੀ ਹੈ। ਸੂਬਿਆਂ ਨਾਲ ਟੈਕਸ ਆਮਦਨ ਸਾਂਝੀ ਕਰਨ ਤੋਂ ਬਚਣ ਲਈ ਕੇਂਦਰ ਲਗਾਤਾਰ ਸੈਸ ਤੇ ਸਰਚਾਰਜ ਦਾ ਹਿੱਸਾ ਵਧਾਉਂਦਾ ਗਿਆ ਹੈ, ਜਿਹੜਾ ਕਿ ਸੂਬੇ ਨਾਲ ਸਾਂਝਾ ਕਰਨ ਦੀ ਲੋੜ ਨਹੀਂ। ਸੈਸ ਤੇ ਸਰਚਾਰਜ ਦਾ ਹਿੱਸਾ ਕੇਂਦਰ ਸਰਕਾਰ ਦੀ ਕੁੱਲ ਟੈਕਸ ਆਮਦਨ ਵਿੱਚ 2011-12 ਦੇ 10% 4 ਤੋਂ ਲੈ ਕੇ 2021-22 ਵਿੱਚ 26.7% ਤੇ ਪਹੁੰਚ ਗਿਆ ਹੈ। ਡਬਲ ਤੋਂ ਵੀ ਵੱਧ ਹੋ ਗਿਆ ਜਿਹੜਾ ਸੈਸ ਤੇ ਸਰਚਾਰਜ ਦਾ ਜਿਹੜਾ ਕੇਂਦਰ ਕਲੈਕਸ਼ਨ ਕਰਦੀ ਹੈ। ਇਹ ਸੂਬਾ ਸਰਕਾਰਾਂ ਦੀ ਆਮਦਨ ਨੂੰ ਲੱਗਿਆ ਵੱਡਾ ਖੋਰਾ ਹੈ। ਦੂਸਰਾ, GST ਪ੍ਰਬੰਧਾਂ ਨੇ ਸੂਬਾ ਸਰਕਾਰ ਦੀ ਆਮਦਨ ਨੂੰ ਹੋਰ ਸੰਨ ਲਾਈ ਹੈ ਤੇ ਕੇਂਦਰ ਸਰਕਾਰ ਵਾਅਦੇ ਤੋਂ ਮੁੱਕਰਦਿਆਂ ਅਕਸਰ ਘਾਟੇ ਦੀ ਭਰਪਾਈ ਕਰਨ ਤੋਂ ਟਾਲਾ ਵੜਦੀ ਰਹੀ ਹੈ। ਇਹਨਾਂ ਦੋ ਕਦਮਾਂ ਤੋਂ ਬਿਨਾਂ ਸੂਬਾ ਸਰਕਾਰਾਂ ਦੇ ਵਿੱਤੋਂ ਬਾਹਰ ਖਰਚਣ ਤੇ ਕਾਨੂੰਨੀ ਪਾਬੰਦੀਆਂ, ਜਦਕਿ ਕੇਂਦਰ ਹਕੂਮਤ ਤੇ ਅਜਿਹਾ ਕੋਈ ਸ਼ਰਤਾਂ ਨਾ ਹੋਣਾ, ਇਹਨਾਂ ਸਭ ਕਦਮਾਂ ਨੇ ਸੂਬਾ ਸਰਕਾਰਾਂ ਦੇ ਵਿੱਤੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੁਰਾਣੀ ਪੈਨਸ਼ਨ ਯੋਜਨਾ ਦੇ ਵਿਰੋਧੀ ਕੇਂਦਰ ਹਕੂਮਤ ਵੱਲੋਂ ਸੂਬਾ ਸਰਕਾਰਾਂ ਦੇ ਆਰਥਿਕ ਵਸੀਲਿਆਂ ਨੂੰ ਲਗਾਤਾਰ ਲਾਏ ਜਾ ਰਹੇ ਇਸ ਖੋਰੇ ਬਾਰੇ ਪੂਰੀ ਤਰ੍ਹਾਂ ਚੁੱਪ ਹਨ। ਕੋਈ ਵਿਰੋਧੀ ਧਿਰ ਵੀ ਇਸ ਤੇ ਨਹੀਂ ਬੋਲ ਰਿਹਾ। ਅਸਲ ਵਿੱਚ ਪੁਰਾਣੀ ਪੈਨਸ਼ਨ ਯੋਜਨਾ ਬੰਦ ਕਰਕੇ ਨਵੀਂ ਪੈਨਸ਼ਨ ਯੋਜਨਾ ਚਾਲੂ ਕਰਨਾ ਭਾਰਤ ਵਿੱਚ ਨਵ ਉਦਾਰਵਾਦੀ ਦੌਰ ਦੀਆਂ ਨੀਤੀਆਂ ਦਾ ਹੀ ਅਹਿਮ ਅੰਗ ਸੀ। ਨਵ ਉਦਾਰਵਾਦ ਦੀ ਨੀਤੀ ਤਹਿਤ ਜਿਵੇਂ ਹੋਰਾਂ ਲੋਕ ਭਲਾਈ ਯੋਜਨਾ ਨੂੰ ਛਾਂਗਿਆ ਗਿਆ, ਉਸੇ ਤਰ੍ਹਾਂ ਪੈਨਸ਼ਨ ਦਾ ਮਿਲਦਾ ਥੋੜਾ ਬਹੁਤਾ ਹੱਕ ਵੀ ਖੋਇਆ ਗਿਆ, ਕਿਉਂਕਿ
ਨਵ ਉਦਾਰਵਾਦੀ ਤਰਕ ਮੁਤਾਬਕ ਪੈਨਸ਼ਨ ਫੰਡਾਂ ਨੂੰ ਵਿਹਲਾ ਜਾਂ ਰਾਖਵਾਂ ਕਿਉਂ ਰੱਖਿਆ ਜਾਵੇ, ਜਦ ਇਹਨਾਂ ਨੂੰ ਮਿਊਚੁਅਲ ਫੰਡਾਂ ਜਾਂ ਹੋਰ ਅਜਿਹੇ ਯੋਜਨਾ ਰਾਹੀਂ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਕੇ ਵੱਡੇ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਹੈ। ਨਵ ਉਦਾਰਵਾਦੀ ਤਰਕ ਦੇ ਅਨੁਸਾਰੀ ਹੀ ਪੈਨਸ਼ਨ ਤੇ ਹੋਰ ਲੋਕ ਭਲਾਈ ਸਹੂਲਤਾਂ ਨੂੰ ਸਰਕਾਰ ਤੇ ਬੋਝ ਸਮਝਿਆ ਜਾਂਦਾ ਹੈ, ਨਾ ਕਿ ਸਰਕਾਰ ਦੀ ਜ਼ਿੰਮੇਵਾਰੀ। ਦੂਜੇ ਪਾਸੇ ਵੱਡੇ ਸਰਮਾਏਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਰਿਆਇਤਾਂ ਨੂੰ ਬੋਝ ਦੀ ਥਾਂ ਹਮੇਸ਼ਾ ਪ੍ਰੇਰਕ ਦੱਸਿਆ ਜਾਂਦਾ ਹੈ। ਨਵੀਂ ਪੈਨਸ਼ਨ ਯੋਜਨਾ ਨੂੰ ਮੌਕੇ ਵਜੋਂ ਪ੍ਰਚਾਰਦਿਆਂ ਕਿਹਾ ਗਿਆ ਕਿ ਇਸ ਨਾਲ ਮੁਲਾਜ਼ਮਾਂ ਲਈ ਸ਼ੇਅਰ ਬਾਜ਼ਾਰ ਵਗੈਰਾ ਵਿੱਚ ਨਿਵੇਸ਼ ਕਰਕੇ ਵਧੇਰੇ ਲਾਭ ਕਮਾਇਆ ਜਾ ਸਕਦਾ ਹੈ, ਪਰ ਅਮਲੀ ਤੌਰ ਤੇ ਵੇਖੀਏ ਤਾਂ ਇਸ ਦਾਅਵੇ ਵਿੱਚ ਕੋਈ ਸੱਚਾਈ ਨਹੀਂ। ਜਦੋਂ ਨਵੀਂ ਪੈਨਸ਼ਨ ਯੋਜਨਾ ਤਹਿਤ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਣ ਲੱਗੀ ਤਾਂ ਉਹਨਾਂ ਖੁਦ ਨੂੰ ਠੱਗਿਆ ਮਹਿਸੂਸ ਕੀਤਾ, ਜਿਸ ਕਾਰਨ 2010 ਤੇ ਇਸ ਖਿਲਾਫ ਸੰਘਰਸ਼ ਤਿੱਖਾ ਹੋਇਆ। ਅਮਲੀ ਤੌਰ ਤੇ ਇਹੀ ਦੇਖਿਆ ਗਿਆ ਹੈ ਕਿ ਨਵੀਂ ਪੈਨਸ਼ਨ ਯੋਜਨਾ ਦੇ ਸਾਰੇ ਦਾਅਵਿਆਂ ਦੇ ਉਲਟ ਇਸ ਤਹਿਤ ਮਿਲਣ ਵਾਲੀ ਪੈਨਸ਼ਨ ਦੀ ਰਕਮ ਪੁਰਾਣੀ ਯੋਜਨਾ ਤਹਿਤ ਬੰਦੀ ਰਕਮ ਤੋਂ ਕਾਫੀ ਘੱਟ ਹੁੰਦੀ ਹੈ। ਨਾਲੇ ਜੇ ਕੱਲ ਨੂੰ ਸ਼ੇਅਰ ਬਾਜ਼ਾਰ ਡੁੱਬਣ ਦੀ ਸੂਰਤ ਵਿੱਚ ਸਾਰੇ ਪੈਨਸ਼ਨ ਡੁੱਬ ਜਾਣ ਤਾਂ ਉਹਨਾਂ ਦੀ ਭਰਪਾਈ ਕੌਣ ਕਰੇਗਾ? OECD ਦੀ ਰਿਪੋਰਟ ਮੁਤਾਬਕ ਜਦੋਂ 2007-08 ਦਾ ਵਿੱਤੀ ਸੰਕਟ ਪੱਛਮ ਵਿੱਚ ਆਇਆ ਤਾਂ ਵਿਕਸਿਤ ਮੁਲਕਾਂ ਵਿੱਚ ਕੁੱਲ 5 ਖਰਬ ਡਾਲਰ ਦੇ ਨਿੱਜੀ ਪੈਨਸ਼ਨ ਫੰਡ ਬਰਬਾਦ ਹੋ ਗਏ ਸਨ, ਜਿਨ੍ਹਾਂ ਦੀ ਕਿਸੇ ਕੰਪਨੀ ਨੇ ਮੁੜ ਭਰਪਾਈ ਨਹੀਂ ਕੀਤੀ, ਯਾਨੀ ਮੁਲਾਜ਼ਮਾਂ ਦੀ ਉਮਰਾਂ ਦੀ ਕਮਾਈ ਇੱਕੋ ਝਟਕੇ 'ਚ ਖਤਮ ਹੋ ਗਈ ਸੀ। ਪੱਕੀ ਪੈਨਸ਼ਨ ਖਿਰਾਤ ਨਹੀਂ, ਹੱਕ ਹੈ। ਕਿਵੇਂ? ਅਸਲ ਵਿੱਚ ਕਿਸੇ ਰਾਜ ਦੇ ਆਪਣੇ ਨਾਗਰਿਕਾਂ ਨੂੰ ਦਿੱਤਾ ਜਾਣ ਵਾਲੀਆਂ ਸਮਾਜਿਕ ਸਹੂਲਤਾਂ ਦਾ ਸਵਾਲ ਰਾਜ ਦੇ ਆਪਣੇ ਨਾਗਰਿਕਾਂ ਨਾਲ ਸੰਬੰਧ ਦਾ ਸਵਾਲ ਹੈ। ਆਧੁਨਿਕ ਰਾਜ ਵਿੱਚ ਕਥਨੀ ਦੇ ਤੌਰ ਤੇ ਹੀ ਸਹੀ ਨਾਗਰਿਕਾਂ ਨੂੰ ਸਮਾਜ ਦੇ ਬਰਾਬਰ ਹਿੱਸੇਦਾਰ ਮੰਨਿਆ ਜਾਂਦਾ ਹੈ, ਨਾ ਕਿ ਕੋਈ ਮਾਤਹਿਤ ਅੰਗ। ਇਸੇ ਕਰਕੇ ਇਹ ਰਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸੇਵਾ ਮੁਕਤੀ ਮਗਰੋਂ ਵੀ ਉਹਨਾਂ ਦੇ ਬੁਨਿਆਦੀ ਲੋੜਾਂ ਦਾ ਖਿਆਲ ਰੱਖੇ। ਪਰ ਮੌਜੂਦਾ ਸਰਮਾਏਦਾਰਾਂ ਰਾਜ ਵਿੱਚ ਨਾਗਰਿਕਾਂ ਨੂੰ ਆਪਣੇ ਬੁਨਿਆਦੀ ਹੱਕ ਲਾਗੂ ਕਰਾਉਣ ਲਈ ਵੀ ਲੰਬਾ ਸੰਘਰਸ਼ ਕਰਨਾ ਪਿਆ ਹੈ। ਪੈਨਸ਼ਨ ਸਣੇ ਹੋਰ ਸਮਾਜਿਕ ਸਹੂਲਤਾਂ 19ਵੀਂ ਸਦੀ ਦੇ ਅੰਤ ਤੋਂ ਹੀ ਦੁਨੀਆ ਭਰ ਵਿੱਚ ਟ੍ਰੇਡ ਯੂਨੀਅਨ ਦੇ ਸੰਘਰਸ਼ ਦਾ ਅਹਿਮ ਹਿੱਸਾ ਰਹੀਆਂ ਹਨ, ਤੇ ਇਹ ਇਨਕਲਾਬੀ ਸੰਘਰਸ਼ਾਂ ਦੇ ਦਬਾਅ ਹੇਠ ਹੀ ਸੀ ਕਿ ਸਭ ਤੋਂ ਪਹਿਲੀ ਵਾਰੀ ਪੈਨਸ਼ਨ ਯੋਜਨਾ 1880 ਵਿੱਚ ਜਰਮਨੀ ਵਿੱਚ ਲਾਗੂ ਕੀਤੀ ਗਈ, ਜਿਸ ਮਗਰੋਂ ਹੋਰ ਇੱਕਾ ਦੁੱਕਾ ਮੁਲਕਾਂ ਵਿੱਚ ਇਸ ਨੂੰ ਲਾਗੂ ਕੀਤਾ ਗਿਆ। ਪਰ ਪੱਛਮ ਵਿੱਚ ਪੈਨਸ਼ਨ ਪ੍ਰਾਪਤੀ ਤੇ ਹੋਰ ਸਮਾਜਿਕ ਸਹੂਲਤਾਂ ਦੀ ਲਹਿਰ ਨੂੰ ਵੱਡੀ ਜਰਬ ਮਿਲੀ। ਸਮਾਜਵਾਦੀ ਸੋਵੀਅਤ ਯੂਨੀਅਨ ਵਿੱਚ ਲਾਗੂ ਹੋਈ ਸਰਵ ਵਿਆਪੀ ਪੈਨਸ਼ਨ ਨਾਲ ਜਦੋਂ ਸਮਾਜਵਾਦੀ ਹੁਕੂਮਤ ਨੇ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਅਪੰਗਤਾ ਤੇ ਪਰਿਵਾਰ ਦੇ ਮੁੱਖ ਕਮਾਊ ਜੀਆਂ ਦੇ ਮਾਰੇ ਜਾਣ ਦੀ ਸੂਰਤ ਪੈਨਸ਼ਨ ਲਾਗੂ ਕੀਤੀ ਤੇ ਮਗਰੋਂ 1930 ਵਿੱਚ ਸਰਵ ਵਿਆਪੀ ਤੌਰ ਤੇ ਸਭ ਰੁਜ਼ਗਾਰ ਯਾਫਤਾ ਲੋਕਾਂ ਲਈ ਹਰ ਤਰ੍ਹਾਂ ਦੀ ਪੈਨਸ਼ਨ ਸ਼ੁਰੂ ਕੀਤੀ ਤੇ ਇਸ ਨੂੰ 1936 ਦੇ ਸੰਵਿਧਾਨ ਦੀ ਧਾਰਾ 120 ਵਿੱਚ ਦਰਜ ਕਰਕੇ ਕਾਨੂੰਨੀ ਰੂਪ ਦੇ ਦਿੱਤਾ ਗਿਆ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਤਜਰਬੇ ਦੇ ਆਪੋ ਆਪਣੇ ਮੁਲਕਾਂ ਦੀਆਂ ਜ਼ਬਰਦਸਤ ਟ੍ਰੇਡ ਯੂਨੀਅਨ ਲਹਿਰਾਂ ਦੇ ਦਬਾਅ ਸਦਕਾ ਹੀ ਸੀ ਕਿ ਵਧੇਰੇ ਸਰਮਾਏਦਾਰਾਂ ਮੁਲਕਾਂ ਵਿੱਚ 20ਵੀਂ ਸਦੀ ਦੇ ਤੀਜੇ ਚੌਥੇ ਦਹਾਕੇ ਤੇ ਖਾਸ ਕਰ ਦੂਜੀ ਸੰਸਾਰ ਜੰਗ ਤੋਂ ਬਾਅਦ ਪੈਨਸ਼ਨ ਦਿੱਤੀ ਜਾਣੀ ਸ਼ੁਰੂ ਹੋਈ। ਪਰ ਹਰ ਹੀਲੇ ਸਰਮਾਏਦਾਰ ਸਰਕਾਰਾਂ ਕੋਸ਼ਿਸ਼ਾਂ ਕਰਦੀਆਂ ਸਨ ਕਿ ਪੈਨਸ਼ਨਾਂ ਲਈ ਸਰੋਤ ਮਜ਼ਦੂਰਾਂ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਹੀ ਇੱਕ ਹਿੱਸਾ ਕੱਟ ਕੇ ਜੁਟਾਏ ਜਾਣ, ਜਿਵੇਂ ਕਿ ਅਮਰੀਕਾ, ਇੰਗਲੈਂਡ ਤੇ ਫਰਾਂਸ ਵਿੱਚ। ਇਸ ਤੋਂ ਬਿਨਾਂ ਪੈਨਸ਼ਨ ਪ੍ਰਾਪਤੀ ਲਈ ਕਈ ਸਖਤ ਸ਼ਰਤਾਂ, ਜਿਵੇਂ ਕਿ ਸੇਵਾ ਮੁਕਤੀ ਦੀ ਉਮਰ 60 ਤੋਂ 65 ਸਾਲ ਰੱਖਣੀ, ਅੱਜ ਤੋਂ 50-60 ਸਾਲ ਪਹਿਲਾਂ ਜਦੋਂ ਔਸਤ ਉਮਰ ਹੀ ਘੱਟ ਸੀ। ਅਪੰਗਾਂ ਲਈ ਪੈਨਸ਼ਨ ਉਦੋਂ ਤੱਕ ਨਾ ਦੇਣਾ ਜਦੋਂ ਤੱਕ ਵਿਅਕਤੀ ਪੂਰੀ ਤਰ੍ਹਾਂ ਨਕਾਰਾ ਨਾ ਹੋਵੇ। ਪੈਨਸ਼ਨ ਹਾਸਲ ਕਰਨ ਲਈ ਸੇਵਾਵਾਂ ਦੀ ਉਮਰ ਵਧਾਉਂਦੇ ਜਾਣਾ, ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਪੈਨਸ਼ਨ ਫੰਡਾਂ ਦੇ ਪ੍ਰਬੰਧਨ ਵਿੱਚੋਂ ਬਾਹਰ ਕਰਨਾ ਆਦਿ ਹੱਥਕੰਡਿਆਂ ਰਾਹੀਂ ਲਗਾਤਾਰ ਇਸ ਸਹੂਲਤ ਨੂੰ ਖੋਹਣ ਦੇ ਤਰੀਕੇ ਖੋਜੇ ਜਾਂਦੇ ਰਹੇ ਹਨ। ਇਸੇ ਕਰਕੇ ਮਜ਼ਦੂਰਾਂ ਮੁਲਾਜ਼ਮਾਂ ਲਈ ਪੈਨਸ਼ਨ ਸਣੇ ਹੋਰ ਸਹੂਲਤਾਂ ਲਾਗੂ ਕਰਾਉਣਾ ਹਮੇਸ਼ਾ ਤਿੱਖੇ ਸੰਘਰਸ਼ਾਂ ਦਾ ਹਾਸਲ ਰਿਹਾ ਹੈ ਤੇ ਪਿਛਲੇ 40 ਕੁ ਸਾਲਾਂ ਵਿੱਚ ਜਦੋਂ ਤੋਂ ਟ੍ਰੇਡ ਯੂਨੀਅਨ ਲਹਿਰ ਹੇਠਾਂ ਗਈ ਹੈ, ਇਸ ਹੱਕ ਦੇ ਸਰਮਾਏਦਾਰ ਰਾਜ ਦਾ ਹਮਲਾ ਵੀ ਤੇਜ਼ ਹੋਇਆ ਹੈ। ਭਾਰਤ ਵਿੱਚ ਵੀ ਪਿਛਲੇ 30-40 ਸਾਲਾਂ ਵਿੱਚ ਠੇਕੇਦਾਰੀ ਪ੍ਰਬੰਧ ਰਾਹੀਂ ਪੱਕੀ ਨੌਕਰੀ ਖਤਮ ਕਰਕੇ ਮਜ਼ਦੂਰਾਂ ਮੁਲਾਜ਼ਮਾਂ ਦੇ ਇਸੇ ਹੱਕ ਨੂੰ, ਪੈਨਸ਼ਨ ਦੇ ਹੱਕ ਨੂੰ ਖਤਮ ਕੀਤਾ ਗਿਆ ਹੈ ਤੇ ਜੇ ਥੋੜਾ ਬਹੁਤ ਬਚਿਆ ਹੈ ਉਸ ਨੂੰ ਵੀ ਨਵੀਂ ਪੈਨਸ਼ਨ ਯੋਜਨਾ ਜਿਹੀ ਯੋਜਨਾਵਾਂ ਰਾਹੀਂ ਖੁੰਝੇ ਲਾਇਆ ਜਾ ਰਿਹਾ ਹੈ। ਕਹਿਣ ਦਾ ਭਾਵ ਪੈਨਸ਼ਨ ਹੱਕ ਕਦੇ ਵੀ ਇੱਕ ਰਾਜ ਵੱਲੋਂ ਉਸਦੇ ਸ਼ਹਿਰੀਆਂ ਨੂੰ ਪਾਈ ਖੈਰਾਤ ਵਜੋਂ ਨਹੀਂ ਚਿਤਾਵੇ ਗਏ, ਸਗੋਂ ਇਹਨਾਂ ਨੂੰ ਨਾਗਰਿਕਾਂ ਦੇ ਬੁਨਿਆਦੀ ਹੱਕ ਮੰਨਿਆ ਗਿਆ ਹੈ ਤੇ ਇਸੇ ਬੁਨਿਆਦ ਤੇ ਪੁਰਾਣੀ
ਜੇ ਨਵੀਂ ਪੈਨਸ਼ਨ ਯੋਜਨਾ ਨਾਲੋਂ ਵੀ ਅਹਿਮ ਸਵਾਲ ਇਹ ਹੈ ਕਿ ਨਾਗਰਿਕਾਂ ਦੇ ਇਸ ਬੁਨਿਆਦੀ ਹੱਕ ਨੂੰ ਹੁਣ ਤੱਕ ਸਿਰਫ ਥੋੜੇ ਜਿਹੇ ਮੁਲਾਜ਼ਮਾਂ ਦੇ ਘੇਰੇ ਤੱਕ ਹੀ ਕਿਉਂ ਸੀਮਿਤ ਰੱਖਿਆ ਗਿਆ। ਸਵਾਲ ਇਹ ਉੱਠਣਾ ਚਾਹੀਦਾ ਸੀ ਕਿ ਪੱਕੀ ਪੈਨਸ਼ਨ ਦੇ ਘੇਰੇ ਨੂੰ ਅੱਜ ਬਹੁ ਗਿਣਤੀ ਬਣ ਚੁੱਕੇ ਗੈਰ ਜਥੇਬੰਦ ਗੈਰ ਸਰਕਾਰੀ ਖੇਤਰ ਦੇ ਮਜ਼ਦੂਰਾਂ ਮੁਲਾਜ਼ਮਾਂ ਤੱਕ ਕਿਵੇਂ ਵਿਸਥਾਰਿਆ ਜਾਵੇ। ਇਸ ਲਈ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਦਾ ਸੰਘਰਸ਼ ਪੈਨਸ਼ਨ ਤੇ ਹੋਰ ਲੋਕ ਭਲਾਈ ਸਹੂਲਤਾਂ ਨੂੰ ਵਿਸਥਾਰਨ ਦੇ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਇਹ ਭਾਰਤ ਦੇ ਸਰਮਾਏਦਾਰਾਂ ਰਾਜ ਵੱਲੋਂ ਅਪਣਾਈਆਂ ਜਾ ਰਹੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਹੈ। ਇਹ ਮਜ਼ਦੂਰਾਂ ਮੁਲਾਜ਼ਮਾਂ ਦਾ ਖੁਦ ਨੂੰ ਸਨਮਾਨਯੋਗ ਨਾਗਰਿਕ ਵਜੋਂ ਜਿਤਾਉਣ ਦਾ ਸੰਘਰਸ਼ ਹੈ। ਮਾਨਵ ਦੁਆਰਾ ਲਿਖਿਆ ਗਿਆ ਤਨਫਿਰ ਦੁਆਰਾ ਦੱਸ ਰਿਹਾ ਕਿ ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ ਦਾ ਅੰਕ 23ਵਾਂ 16 ਤੋਂ 21 ਜਨਵਰੀ 2023 ਵਿੱਚ ਪ੍ਰਕਾਸ਼ਿਤ ਕੀਤਾ। ਉਹ ਤੁਸੀਂ ਮੈਗਜ਼ੀਨ ਲੈ ਕੇ ਉਸ ਵਿੱਚ ਵੀ ਪੜ੍ਹ ਸਕਦੇ ਹੋ। ਸੋ ਜੇਕਰ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਨਵੇਂ ਅਪਡੇਟ ਪ੍ਰਾਪਤ ਕਰਨ ਲਈ ਬੈਲ ਆਈਕਨ ਬਟਨ ਜ਼ਰੂਰ ਦਬਾਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ। ਧੰਨਵਾਦ।